ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਨਾਲ ਸਤਿਗੁਰੂ ਜੀ ਦੇ ਦਰ 'ਤੇ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ 'ਤੇ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਅੱਜ ਦਾ ਇਹ ਪਾਵਨ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤ ਕਰਕੇ ਸਾਨੂੰ ਬਖਸ਼ਿਆ। ਸਤਿਗੁਰੂ ਸਮਝਾਉਂਦੇ ਨੇ ਕਿ ਜਿਹੜੇ ਗੁਰੂ ਦੇ ਸੰਗ ਮਿਲ ਪੈਂਦੇ ਨੇ, ਜਿਨ੍ਹਾਂ ਦਾ ਮੇਲ ਗੁਰੂ ਨਾਲ ਹੋ ਜਾਂਦਾ ਹੈ, ਤਿਨਾਂ ਦੇ ਜਨਮ ਮਰਨ ਦੇ ਸਾਰੇ ਦੁੱਖਾਂ ਦੇ ਭਾਰ ਲੱਥ ਜਾਂਦੇ ਨੇ। ਉਹਨਾਂ ਦੇ ਜੀਵਨ ਦਾ ਹਰ ਦੁੱਖ ਬਿਨਸ ਜਾਂਦਾ ਹੈ। ਉਹ ਦੁੱਖਾਂ ਦੇ ਭਾਰ ਤੋਂ ਹੌਲਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਜਨਮ ਮਰਨ ਚੁੱਕੇ ਸਭ ਭਾਰੇ। ਜਨਮ ਤੋਂ ਲੈ ਕੇ ਮਰਨ ਤੱਕ ਅਤੇ ਜੰਮਣ ਤੇ ਮਰਨ ਦੇ ਸਾਰੇ ਦੁੱਖ, ਕਲੇਸ਼, ਕਸ਼ਟ, ਜੋ ਵੀ ਵਿਘਨ ਨੇ, ਜਿਨ੍ਹਾਂ ਤੋਂ ਵੀ ਅਸੀਂ ਦੁਖੀ ਹਾਂ, ਜਿਨ੍ਹਾਂ ਨੇ ਵੀ ਸਾਡੇ ਜੀਵਨ ਨੂੰ ਤਹਿਸ ਨਹਿਸ ਕੀਤਾ ਹੋਇਆ, ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡੇ ਜੀਵਨ ਦਾ ਪੂਰਾ ਢਾਂਚਾ ਵਿਗੜਿਆ ਹੋਇਆ, ਉਹ ਸਾਰੇ ਦੁੱਖ ਸਤਿਗੁਰੂ ਕਹਿੰਦੇ ਲੱਥ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕਿਵੇਂ? ਮਿਲਤ ਸੰਗ, ਗੁਰੂ ਦੇ ਸੰਗ ਮਿਲਦੇ ਆ, ਗੁਰੂ ਦੇ ਸੰਗ ਜੁੜਦੇ ਆ। ਬਸ ਗੁਰੂ ਨਾਲ ਜੁੜਨ ਦੀ ਗੱਲ ਹੈ, ਗੁਰੂ ਦੇ ਸੰਗ ਇੱਕਮਿੱਕ ਹੋ ਜਾਣ ਦੀ ਗੱਲ ਹੈ ਕਿ ਅਸੀਂ ਗੁਰੂ ਕੋਲ ਬਹਿ ਗਏ, ਬਸ ਹੁਣ ਗੁਰੂ ਦੇ ਹੀ ਹੋ ਗਏ। ਹੁਣ ਕੋਈ ਹੋਰ ਖਿਆਲ ਨਹੀਂ, ਕੋਈ ਵਿਚਾਰ ਨਹੀਂ, ਕੋਈ ਸੋਚ ਨਹੀਂ, ਕੋਈ ਫੁਰਨਾ ਨਹੀਂ, ਕੁਛ ਨਹੀਂ। ਬਸ ਬਿਲਕੁਲ ਛੱਡ ਦਿੱਤਾ ਆਪਣੇ ਆਪ ਨੂੰ ਕਿ ਹੁਣ ਉਹਦੇ ਵੱਸ ਪੈ ਗਏ ਆ। ਹੁਣ ਆਪਣੀ ਕੋਈ ਮਰਜ਼ੀ ਨਹੀਂ, ਕੋਈ ਇੱਛਾ ਨਹੀਂ, ਕੋਈ ਕਾਮਨਾ ਨਹੀਂ, ਕੋਈ ਵਾਸਨਾ ਨਹੀਂ, ਕੁਛ ਵੀ ਨਹੀਂ। ਬਸ ਉਹਦੇ ਚਰਨ ਪਕੜ ਲੈ, ਉਹਦਾ ਆਸਰਾ ਲੈ ਲਿਆ। ਜਦੋਂ ਅਸੀਂ ਉਹਦੇ ਹੋ ਜਾਂਦੇ ਹਾਂ ਪੂਰੀ ਤਰ੍ਹਾਂ, ਜਿਹਨੂੰ ਅਸੀਂ ਕਹਿੰਦੇ ਗੁਰੂ ਵਾਲੇ ਹੋ ਗਏ, ਅਸੀਂ ਗੁਰੂ ਵਾਲੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਾਹਰੋਂ ਗੁਰੂ ਵਾਲੇ ਹੋ ਗਏ। ਜਿਵੇਂ ਇੱਕ ਅਰਥ ਆਪਾਂ ਇਹ ਕਰਦੇ ਹਾਂ ਕਿ ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਗੁਰੂ ਵਾਲੇ ਹੋ ਗਏ, ਉਹ ਤੇ ਹੈ ਹੀ, ਪਰ ਸਿਰਫ ਇੰਨਾ ਛੋਟਾ ਅਰਥ ਨਹੀਂ ਹੈ ਗੁਰੂ ਵਾਲੇ ਹੋਣ ਦਾ। ਉਹ ਤਾਂ ਆਰੰਭ ਹੈ। ਉਹ ਤਾਂ ਅਸੀਂ ਬਾਹਰੋਂ ਗੁਰੂ ਵਾਲੇ ਹੋ ਗਏ, ਬਾਹਰੋਂ ਦੇਖਣ ਨੂੰ ਹੁਣ ਅਸੀਂ ਸਿੱਖ ਹੋ ਗਏ, ਪਰ ਅੰਦਰੋਂ ਥੋੜ੍ਹੀ ਜੁੜੇ। ਅੰਦਰੋਂ ਸਾਡੀ ਆਤਮਾ ਥੋੜ੍ਹੀ ਜੁੜੀ, ਸਾਡਾ ਮਨ ਥੋੜ੍ਹੀ ਜੁੜਿਆ। ਜਦੋਂ ਸਾਡਾ ਮਨ ਜੁੜ ਜਾਂਦਾ ਹੈ, ਮਨ ਦੇ ਵਿੱਚ ਮਨ ਨੂੰ ਤੋੜਨ ਵਾਲਾ ਕੋਈ ਵਿਚਾਰ ਹੀ ਨਹੀਂ ਉੱਠਦਾ। ਮਨ ਨੂੰ ਬਾਹਰ ਘਰ ਵੱਲ ਨੂੰ ਲਿਜਾਣ ਵਾਲੀ ਕੋਈ ਗੱਲ ਹੀ ਨਹੀਂ ਪੈਦਾ ਹੁੰਦੀ। ਇੱਥੇ ਬੈਠਿਆਂ ਜਿਸ ਵਿਚਾਰ ਨਾਲ ਮਨ ਘਰ ਨੂੰ ਚਲਿਆ ਜਾਂਦਾ ਹੈ, ਜਿਸ ਵਿਚਾਰ ਨਾਲ ਮਨ ਨੂੰ ਕਿਸੇ ਦੀ ਯਾਦ ਆ ਜਾਂਦੀ ਹੈ, ਜਿਸ ਵਿਚਾਰ ਨਾਲ, ਖਿਆਲ ਨਾਲ ਮਨ ਨੂੰ ਦੁਕਾਨ ਦਾ ਚੇਤਾ ਆ ਜਾਂਦਾ ਹੈ, ਉਹ ਖਿਆਲ, ਉਹ ਵਿਚਾਰ, ਉਹ ਸਭ ਮਿਟ ਗਏ। ਬਸ ਸਿਰਫ ਗੁਰੂ ਦਾ ਖਿਆਲ, ਸਿਰਫ ਗੁਰੂ ਦਾ ਸ਼ਬਦ,
ਸਿਰਫ ਗੁਰੂ ਦਾ ਹੀ ਦੀਦਾਰ। ਮਨ ਗੁਰੂ ਨੂੰ ਹੀ ਦੇਖ ਰਿਹਾ ਹੈ, ਗੁਰੂ ਨੂੰ ਹੀ ਸੁਣ ਰਿਹਾ ਹੈ, ਗੁਰੂ ਨੂੰ ਹੀ ਵਿਚਾਰ ਰਿਹਾ ਹੈ, ਹੋਰ ਕੁਛ ਨਹੀਂ ਕਰ ਰਿਹਾ। ਸਤਿਗੁਰੂ ਕਹਿੰਦੇ ਫਿਰ ਗੱਲ ਬਣਦੀ ਹੈ। ਗੱਲ ਬਣਨੀ ਹੀ ਤਾਂ ਹੈ। ਅਸੀਂ ਚਾਹੁੰਦੇ ਤਾਂ ਹਾਂ ਸਾਡਾ ਦੁੱਖ ਦੂਰ ਹੋ ਜਾਏ, ਪਰ ਆਹ ਕੰਮ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਦੁੱਖ ਮਿਟ ਜਾਵੇ, ਮਿਟੇਗਾ, ਮਿਟ ਹੀ ਜਾਵੇਗਾ, ਬਸ ਗੁਰੂ ਵਾਲੇ ਹੋ ਜਾਈਏ, ਗੁਰੂ ਨਾਲ ਇੱਕਮਿਕ ਹੋ ਜਾਈਏ, ਗੁਰੂ ਨਾਲ ਐਸੀ ਸਾਂਝ ਪੈ ਜਾਵੇ ਜਿਵੇਂ ਆਪਾਂ ਕਹਿੰਦੇ 9 ਮਾਸ ਦਾ ਰਿਸ਼ਤਾ, ਬਸ ਇਸ ਤਰ੍ਹਾਂ ਦਾ ਐਸਾ ਸੰਬੰਧ ਜੁੜਨਾ ਚਾਹੀਦਾ ਹੈ ਕਿ ਜਿਹੜਾ ਵੱਖ ਨਾ ਹੋ ਸਕੇ, ਜਿਹਨੂੰ ਵੱਖਰਾ ਨਾ ਕੀਤਾ ਜਾ ਸਕੇ। ਕਿ ਤੁਹਾਡੇ ਸਾਹਮਣੇ ਕੁਝ ਵੀ ਆ ਜਾਵੇ, ਉਹ ਚੀਜ਼ ਤੁਹਾਨੂੰ ਗੁਰੂ ਨਾਲੋਂ ਤੋੜ ਨਾ ਸਕੇ। ਕੋਈ ਵੀ ਰੂਪ ਦੇਖ ਲਵੋ, ਕੋਈ ਵੀ ਪੈਸਾ ਵੇਖ ਲਵੋ, ਚੀਜ਼ਾਂ ਵੇਖ ਲਵੋ, ਉਹ ਤੁਹਾਨੂੰ ਤੋੜ ਨਾ ਸਕਣ। ਮਨ ਦੇ ਵਿੱਚ ਉੱਠਿਆ ਮਾਇਆ ਦਾ ਵਿਚਾਰ, ਉਹ ਤੁਹਾਨੂੰ ਗੁਰੂ ਨਾਲੋਂ ਨਾ ਤੋੜ ਸਕੇ। ਮਨ ਵਿੱਚ ਉੱਠੀ ਕੋਈ ਵਾਸਨਾ ਦੀ ਲਹਿਰ, ਉਹ ਤੁਹਾਨੂੰ ਬਾਣੀ ਪੜ੍ਹਦਿਆਂ ਬਾਣੀ ਨਾਲੋਂ ਤੋੜ ਨਾ ਸਕੇ। ਫਿਰ ਹੈ ਗੁਰੂ ਨਾਲ ਜੁੜਨਾ, ਇਹ ਹੈ ਗੁਰੂ ਨਾਲ ਸੰਬੰਧ। ਇਸ ਤਰ੍ਹਾਂ ਕਰਾਂਗੇ ਤਾਂ ਦੁੱਖਾਂ ਦਾ ਭਾਰ ਲੱਥੇਗਾ। ਕਰਕੇ ਵੇਖੋ ਹੁਣੇ ਹੀ ਕਿ ਬਸ ਗੁਰੂ ਦੀ ਗੱਲ ਜੋ ਗੁਰੂ ਮੇਰੇ ਕੋਲੋਂ ਮੇਰੇ ਮੂੰਹ ਰਾਹੀਂ ਕਹਾ ਰਿਹਾ ਹੈ, ਬਸ ਉਸ ਨੂੰ ਸੁਣੋ। ਸਿਰਫ ਗੁਰੂ ਦੀ ਗੱਲ ਹੀ ਸੁਣਨੀ, ਬਸ ਹੋਰ ਕਿਸੇ ਚੀਜ਼ ਵੱਲ ਧਿਆਨ ਨਾ ਜਾਵੇ, ਕੋਈ ਵਿਚਾਰ ਹੋਰ ਮਨ ਵਿੱਚ ਆਵੇ ਨਾ, ਬਸ ਸਿਰਫ ਗੁਰੂ ਦੀ ਗੱਲ, ਸਿਰਫ ਗੁਰੂ ਤੇ ਤੁਸੀਂ, ਬਸ ਤੀਸਰਾ ਕੋਈ ਹੈ ਹੀ ਨਹੀਂ। ਤੀਸਰਾ ਆ ਗਿਆ ਤਾਂ ਸਾਡਾ ਕੰਮ ਵਿਗੜ ਗਿਆ। ਪਹਿਲਾਂ ਸਿਰਫ ਮੈਂ ਤੇ ਗੁਰੂ, ਜਦੋਂ ਹੌਲੀ ਹੌਲੀ ਸਿਰਫ ਮੈਂ ਤੇ ਗੁਰੂ ਦਾ ਸੰਬੰਧ ਜੁੜੇਗਾ, ਫਿਰ ਹੌਲੀ 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 ਮੈਂ ਵੀ ਮਿਟਾਣੀ ਹੈ, ਮੈਂ ਨੂੰ ਵੀ ਮੇਟ ਦੇਣਾ। ਜਦੋਂ ਮੈਂ ਮਿਟ ਗਈ, ਸਿਰਫ ਗੁਰੂ ਰਹਿ ਜਾਵੇ, ਹੋਰ ਕੁਝ ਵੀ ਨਹੀਂ। ਫਿਰ ਉਹਦੇ ਨਾਲ ਇੱਕਮਿਕਤਾ ਹੁੰਦੀ ਹੈ, ਸਾਂਝ ਪੈਂਦੀ। ਇਸ ਲਈ ਇਹ ਚੇਤੇ ਰੱਖਣਾ ਕਿ ਉਹਦੇ ਵਿੱਚ ਲੀਨ ਹੋਣਾ, ਉਹਦੇ ਵਿੱਚ ਗੁਰੂ ਦੇ ਦਰ ਆ ਗਏ ਆ। ਗੁਰੂ ਨੂੰ ਸਤਿਗੁਰੂ ਨੇ ਕੀ ਕਿਹਾ ਬਾਣੀ ਵਿੱਚ? ਸਤਿਗੁਰੂ ਕਹਿੰਦੇ ਗੁਰੂ ਸੁੱਖਾਂ ਦਾ ਸਾਗਰ ਹੈ। ਤੇ ਸੁੱਖਾਂ ਦੇ ਸਾਗਰ ਦੇ ਵਿੱਚ ਤੁਸੀਂ ਸਿਰਫ ਹੱਥ ਮੂੰਹ ਧੋ ਕੇ ਚਲੇ ਜਾਵੋ, ਇਹ ਤਾਂ ਕੋਈ ਗੱਲ ਨਾ ਹੋਈ। ਲੋਕ ਜਾਂਦੇ ਨੇ ਸਮੁੰਦਰਾਂ ਦੇ ਕੰਢੇ ਬੈਠਦੇ ਨੇ। ਐਸੇ ਵੀ ਲੋਕ ਵੇਖੇ ਗਏ ਨੇ ਕਿ ਸਾਰਾ ਦਿਨ ਸਮੁੰਦਰ ਦੇ ਕੰਢੇ ਬੀਚ ਤੇ ਬੈਠੇ ਰਹਿੰਦੇ ਨੇ, ਸਾਰਾ ਦਿਨ। ਕੀ ਕਰਦੇ ਨੇ? ਕੁਛ ਨਹੀਂ, ਬਸ ਬੈਠੇ ਰਹਿੰਦੇ ਨੇ, ਲੰਮੇ ਪਏ ਨੇ, ਬੈਠੇ ਰਹਿੰਦੇ ਨੇ ਧੁੱਪੇ, ਕੁਝ ਖਾਈ ਜਾਂਦੇ ਨੇ, ਕੁਝ ਪੀ ਜਾਂਦੇ ਨੇ। ਬਸ ਦਿਲ ਕਰਦਾ ਤਾਂ ਮਾੜਾ ਮੋਟਾ ਪਾਣੀ ਦੇ ਵਿੱਚ ਹੱਥ ਪੈਰ ਗਿੱਲੇ ਕਰ ਆਉਂਦੇ ਨੇ, ਬਸ। ਜਾਂ ਥੋੜਾ ਬਹੁਤ ਪਾਣੀ ਦੇ ਨਾਲ ਆਪਣੇ ਆਪ ਨੂੰ ਇਸ਼ਨਾਨ ਕਰਾ ਲੈਂਦੇ ਨੇ, ਨਹਾ ਲੈਂਦੇ ਨੇ ਪਾਣੀ ਵਿੱਚ, ਬਸ। ਜ਼ਿਆਦਾਤਰ ਲੋਕ ਇਸ ਤਰ੍ਹਾਂ ਸਮੁੰਦਰ ਦੇ ਕੰਢੇ ਬਹਿ ਕੇ ਮੁੜ ਆਉਂਦੇ ਨੇ, ਸਮੁੰਦਰ ਦੇ ਵਿੱਚ ਖੜ ਕੇ ਫੋਟੋਆਂ ਸੈਲਫੀਆਂ ਲੈ ਕੇ ਵਾਪਸ ਮੁੜ ਆਉਂਦੇ ਨੇ। ਪਰ ਕੋਈ ਉਹਦੇ ਵਿੱਚ ਚੁੱਭੀ ਮਾਰ ਕੇ ਉਹਦੇ ਆਨੰਦ ਨੂੰ ਲੈਣ ਦਾ ਯਤਨ ਨਹੀਂ ਕਰਦਾ। ਐਸੀ ਹਾਲਤ ਹੀ ਗੁਰੂ ਦੇ ਦਰ ਆਉਣ ਵਾਲੇ ਬਹੁਤੇ ਲੋਕਾਂ ਦੀ ਹੈ। ਜਿਹੜੇ ਗੁਰੂ ਦੇ ਦਰ ਤੇ ਆਉਂਦੇ ਤਾਂ ਜ਼ਰੂਰ ਨੇ, ਬੈਠਦੇ ਨੇ, ਬੈਠ ਕੇ ਮੁੜ ਜਾਂਦੇ ਨੇ। ਕਈ ਘੰਟੇ ਬੈਠੇ ਰਹਿੰਦੇ ਨੇ, ਪੂਰਾ ਟਾਈਮ, ਜਦੋਂ ਜਿੰਨੀ ਦੇਰ ਤੱਕ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਪਾਠ ਹੁੰਦਾ ਹੈ, ਬੈਠੇ ਰਹਿੰਦੇ ਨੇ ਉਨੀ ਦੇਰ ਤੱਕ। ਪਰ ਉਹਦੇ ਵਿੱਚ ਡੁੱਬਦੇ ਨਹੀਂ, ਉਹਦੇ ਵਿੱਚ ਡੁੱਬਦੇ ਨਹੀਂ, ਬੈਠ ਕੇ ਮੁੜ ਜਾਂਦੇ ਨੇ ਬਸ।
ਹਾਜ਼ਰੀ ਲਵਾਉਂਦੇ ਨੇ, ਹਾਜ਼ਰੀ ਪੂਰੀ ਕਰਦੇ ਨੇ। ਬਸ ਸਿਰਫ ਹਾਜ਼ਰੀ ਪੂਰੀ ਕਰਨਾ ਇਹ ਗੁਰੂ ਦੇ ਦਰ ਬਹਿਣਾ ਨਹੀਂ ਹੈ ਕਿ ਬਸ ਹਾਜ਼ਰੀ ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ ਵੇਖਿਆ ਹੋਣਾ ਕਿ ਬਹੁਤ ਵਾਰੀ ਕਿ ਸਕੂਲ ਵਿੱਚ ਪੜ੍ਹਨ ਵਾਲਾ ਬੱਚਾ, ਉਹਦੀ ਹਾਜ਼ਰੀ ਤਾਂ ਪੂਰੀ ਹੈ, ਉਹਨੇ ਕੋਈ ਕਲਾਸ ਮਿਸ ਨਹੀਂ ਕੀਤੀ, ਕਦੇ ਉਹਨੇ ਛੁੱਟੀ ਨਹੀਂ ਕੀਤੀ, ਪਰ ਉਹਨੂੰ ਪੁੱਛੋ ਕੋਈ ਸਵਾਲ, ਉਹਨੂੰ ਕੁਝ ਆਉਂਦਾ ਹੀ ਨਹੀਂ। ਉਹਨੂੰ ਕੋਈ ਕੁਐਸਚਨ ਕਰੋ ਉਹਦੇ ਸਬਜੈਕਟ ਨਾਲ ਰਿਲੇਟਡ, ਉਹਨੂੰ ਕੁਝ ਪਤਾ ਹੀ ਨਹੀਂ। ਬਸ ਉਹ ਹਾਜ਼ਰੀਆਂ ਪੂਰੀਆਂ ਕਰਦਾ ਰਿਹਾ। ਘਰਦਿਆਂ ਨੂੰ ਲੱਗਦਾ ਕਿ ਸਾਡੇ ਬੱਚੇ ਨੇ ਕਦੇ ਨਹੀਂ ਸਕੂਲ ਮਿਸ ਕੀਤਾ, ਇਹਨੇ ਕਦੇ ਨਹੀਂ ਛੁੱਟੀ ਕੀਤੀ, ਕਦੇ ਵੀ ਇੱਕ ਵੀ ਕਲਾਸ ਨਹੀਂ ਮਿਸ ਕੀਤੀ। ਥੋੜਾ ਬਹੁਤ ਬੁਖਾਰ ਵੀ ਹੁੰਦਾ ਰਿਹਾ, ਇਹ ਫਿਰ ਵੀ ਸਕੂਲ ਜਾਂਦਾ ਰਿਹਾ। ਪਰ ਉਹਨੂੰ ਪੁੱਛ ਕੇ ਤਾਂ ਦੇਖੋ ਜਰਾ, ਉਹਨੇ ਸਮਝਿਆ ਕੀ, ਉਹਨੇ ਸਿੱਖਿਆ ਕੀ? ਸਿੱਖਿਆ ਕੁਛ ਵੀ ਨਹੀਂ, ਬਸ ਹਾਜ਼ਰੀਆਂ ਪੂਰੀਆਂ ਕੀਤੀਆਂ। ਬਹੁਤੀ ਵੇਰਾਂ ਧਰਮ ਸਥਾਨਾਂ ਵਿੱਚ ਜਾਣ ਵਾਲੇ ਲੋਕਾਂ ਦੀ ਹਾਲਤ ਐਸੀ ਹੈ। ਪੂਜਾ ਪਾਠ ਕਰਨ ਵਾਲੇ, ਸਿਮਰਨ ਸਾਧਨਾ ਕਰਨ ਵਾਲੇ ਲੋਕਾਂ ਦੀ ਹਾਲਤ ਐਸੀ ਹੈ, ਉਹ ਗੁਰਮਤਿ ਸਮਾਗਮਾਂ ਵਿੱਚ ਜਾਂਦੇ ਨੇ, ਉਹ ਸਿਮਰਨ ਸਾਧਨਾ ਦੇ ਸਮਾਗਮਾਂ ਵਿੱਚ ਜਾਂਦੇ ਨੇ, ਪਰ ਹਾਜ਼ਰੀ ਹੀ ਪੂਰੀ ਕਰਦੇ ਨੇ ਬਸ। ਕਈ ਸਾਲਾਂ ਤੋਂ ਐਸਾ ਹੀ ਹੋ ਰਿਹਾ ਹੈ। ਕੋਈ 20 ਸਾਲ ਤੋਂ ਆ ਰਿਹਾ ਮੰਦਰ, ਕੋਈ 20 ਸਾਲ ਤੋਂ ਆ ਰਿਹਾ ਗੁਰਦੁਆਰੇ, ਬਸ ਹਾਜ਼ਰੀ ਪੂਰੀ ਕਰਦਾ ਹੈ, ਮਿਸ ਨਹੀਂ ਕਰਦਾ ਕਦੇ ਵੀ। ਰੋਜ਼ ਆਉਂਦਾ, ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ, ਉਹਨੇ ਆਉਣਾ ਹੀ ਆਉਣਾ। ਪਰ ਉਹਨੂੰ ਕੁਝ ਪੁੱਛੋ ਤਾਂ ਕੁਝ ਪਤਾ ਨਹੀਂ। ਉਹਨਾਂ ਦੇ ਸਵਾਲ ਬੜੇ ਅਜੀਬ ਜਿਹੇ ਹੁੰਦੇ ਨੇ। ਸਵਾਲ ਉਹ ਜਿਵੇਂ ਕੋਈ ਨਰਸਰੀ ਦਾ ਬੱਚਾ ਸਵਾਲ ਕਰਦਾ, ਕਈ ਸਾਲਾਂ ਤੋਂ ਗੁਰਦੁਆਰੇ ਆ ਰਿਹਾ ਹੈ, ਪਰ ਸਵਾਲ ਉਹਦੇ ਉਹੀ ਸ਼ੁਰੂ ਵਾਲੇ ਨੇ ਜੋ ਸ਼ੁਰੂ ਵਿੱਚ ਸੀ, ਜੋ ਮੁੱਢਲੇ ਹੁੰਦੇ ਨੇ, ਬੇਸਿਕ। ਕੀ ਕਾਰਨ? ਕਾਰਨ ਇਹੀ ਕਿ ਸਿਰਫ ਹਾਜ਼ਰੀ ਪੂਰੀ ਕੀਤੀ, ਜਾਣਿਆ ਸਮਝਿਆ ਸਿੱਖਿਆ ਕੁਝ ਵੀ ਨਹੀਂ। ਇਸ ਤਰ੍ਹਾਂ ਨਹੀਂ, ਇਵੇਂ ਨਹੀਂ ਜੁੜਨਾ, ਇਵੇਂ ਨਹੀਂ। ਗੁਰੂ ਸਾਗਰ ਦੇ ਕੋਲ ਆਏ ਆ ਤਾਂ ਉਹਦੇ ਵਿੱਚ ਡੁੱਬਣਾ ਹੈ, ਉਹਦੇ ਵਿੱਚ ਚੁੱਭੀ ਲਾਉਣੀ ਹੈ। ਚੁੱਭੀ ਲਾਓਗੇ ਤਾਂ ਹੀ ਤਾਂ ਸਿੱਪੀਆਂ ਮੋਤੀ ਤਾਂ ਹੀ ਹੱਥ ਆਉਣਗੇ। ਕੰਢੇ ਤੇ ਬਹਿਣ ਵਾਲੇ, ਬੀਚ ਤੇ ਬਹਿਣ ਵਾਲੇ ਲੋਕਾਂ ਦੇ ਹੱਥ ਕੁਛ ਨਹੀਂ ਆਉਂਦਾ, ਕੁਛ ਨਹੀਂ। ਜਿਹੜੇ ਗੋਤਾਖੋਰ ਹੁੰਦੇ ਨੇ ਨਾ, ਗਹਿਰੇ ਜਾ ਕੇ ਗੋਤਾ ਲਾਉਂਦੇ ਨੇ, ਉਹ ਸਿੱਪੀਆਂ ਕੱਢ ਲਿਆਉਂਦੇ ਨੇ ਮੋਤੀਆਂ ਵਾਲੀਆਂ, ਉਹਨਾਂ ਦੇ ਹੱਥ ਮੋਤੀ ਲੱਗਦੇ ਨੇ। ਜਿਹੜੇ ਤਾਂ ਸਿਰਫ ਬੈਠ ਕੇ ਮੁੜ ਜਾਂਦੇ ਨੇ, ਉਹਨਾਂ ਨੂੰ ਕੁਝ ਨਹੀਂ ਹਾਸਲ ਹੁੰਦਾ। ਜਿਹੜੇ ਗੁਰੂ ਦੇ ਦਰ, ਗੁਰੂ ਦੇ ਸ਼ਬਦ ਵਿੱਚ ਗਹਿਰੇ ਉਤਰਦੇ ਨੇ, ਉਹ ਉਹਦੇ ਨਾਮ ਦਾ ਮੋਤੀ ਲੈ ਜਾਂਦੇ ਨੇ, ਉਹਨਾਂ ਨੂੰ ਹਾਸਲ ਹੁੰਦਾ ਹੈ ਸੁੱਖ, ਉਹਨਾਂ ਨੂੰ ਹਾਸਲ ਹੁੰਦਾ ਹੈ ਆਨੰਦ। ਉਹਨਾਂ ਦੇ ਦੁੱਖ ਦੇ ਭਾਰ ਲੱਥਦੇ ਨੇ, ਜਿਹਦਾ ਜ਼ਿਕਰ ਇੱਥੇ ਸਤਿਗੁਰੂ ਕਰ ਰਿਹਾ। ਜਨਮ ਮਰਨ ਚੁੱਕ ਕੇ ਪੈ ਪਾਰੇ, ਜਨਮ ਮਰਨ ਦੇ ਸਾਰੇ ਭੈ, ਸਾਰੇ ਡਰ ਮਿਟ ਗਏ। ਜੋ ਵੀ ਦੁੱਖ ਸੀ ਸਭ ਬਿਨਸ ਗਿਆ। ਸੁੱਖ ਹੀ ਸੁੱਖ, ਆਨੰਦ ਹੀ ਆਨੰਦ, ਆਨੰਦ ਹੀ ਹੈ, ਸੁੱਖ ਹੀ ਹੈ। ਗੁਰੂ ਦੇ ਦਰ, ਇੱਥੇ ਸੁੱਖ ਹੀ ਸੁੱਖ ਹੈ, ਇੱਥੇ ਸ਼ਾਂਤੀ ਹੈ, ਟਿਕਾ ਹੈ, ਆਨੰਦ ਹੈ, ਸਹਿਜ ਹੈ। ਸਭ ਕੁਝ ਸਾਨੂੰ ਹੁਣੇ ਮਿਲ ਸਕਦਾ ਹੈ, ਬਸ ਸਾਡਾ ਸੰਬੰਧ ਜੁੜ ਜਾਵੇ ਗੁਰੂ ਨਾਲ, ਗਹਿਰਾ, ਉੱਪਰਲਾ ਨਹੀਂ, ਗਹਿਰਾ। ਜਿਵੇਂ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਜਾਣਦੇ ਹੋ, ਪਰ ਸਾਰਿਆਂ ਦੇ ਨਾਲ ਤੁਹਾਡਾ ਗਹਿਰਾ ਸੰਬੰਧ ਨਹੀਂ ਹੈ। ਗਹਿਰਾ ਸੰਬੰਧ ਤੁਹਾਡਾ ਕਿਸੇ ਨਾਲ ਹੈ, ਕਿਸੇ ਨਾਲ। ਆਂਢ ਗੁਆਂਢ ਵਿੱਚ ਤੁਹਾਡੇ ਬਹੁਤ ਸਾਰੇ ਲੋਕ ਰਹਿੰਦੇ ਨੇ, ਪਰ ਤੁਹਾਡਾ ਸਭ ਨਾਲ ਗਹਿਰਾ ਸੰਬੰਧ ਨਹੀਂ। ਕਿਸੇ ਨਾਲ ਗਹਿਰਾ ਸੰਬੰਧ ਹੈ, ਕਿਸੇ ਨਾਲ ਤੁਹਾਡੀ ਸਾਂਝ ਹੈ। ਉਹ ਤੁਹਾਡੇ ਘਰ ਆਉਂਦਾ, ਤੁਸੀਂ ਉਹਦੇ ਘਰ ਜਾਂਦੇ ਹੋ, ਤੁਹਾਡੇ ਨਾਲ ਸਾਂਝ ਕਿਸੇ ਦੀ ਹੈ, ਸਭ ਦੇ ਨਾਲ ਸਾਂਝ ਨਹੀਂ ਹੈ।
बस ऐसा गहरी सांझ गुरु नाल। ये नहीं कि हाँ ठीक है संगरांद ते चलो गुरुद्वारे जा ही आना। ऐसे बहुत सारे लोग ने ਜਿਹੜੇ ਕਦੇ ਕਦਾਈ ਗੁਰੂ ਨੂੰ ਮਿਲਦੇ ਨੇ, ਕਦੇ ਕਦਾਈ ਦੂਰੋਂ ਲੰਘਦੇ ਮੋਹਰੋਂ ਗੁਰਦੁਆਰੇ ਮੋਹਰੇ ਮੱਥਾ ਟੇਕ ਜਾਂਦੇ ਨੇ। ਐਸੇ ਹੁੰਦੇ ਨਾ ਕਿ ਅਸੀਂ ਕਈ ਲੋਕਾਂ ਨੂੰ ਬਸ ਰਾਹ ਗਲੀ ਵਿੱਚ ਹੀ ਮਿਲਦੇ ਹਾਂ ਬਸ, ਅਦਰਵਾਈਜ਼ ਨਹੀਂ ਅਸੀਂ ਉਹਨਾਂ ਨੂੰ ਮਿਲਦੇ। ਬਹੁਤੇ ਲੋਕਾਂ ਦੀ ਹਾਲਤ ਐਸੀ ਹੀ ਹੁੰਦੀ ਹੈ, ਬਸ ਰਾਹ ਗਲੀ ਵਿੱਚੋਂ ਗੁਜ਼ਰਦੇ ਆ, ਮੰਦਿਰ ਦੇਖਿਆ ਚਲੋ ਸਿਰ ਝੁਕਾ ਦਿੱਤਾ, ਗੁਰਦੁਆਰਾ ਦੇਖਿਆ ਚਲੋ ਸਿਰ ਝੁਕਾ ਦਿੱਤਾ, ਰਾਹ ਗਲੀ 'ਚ ਮਿਲ ਗਿਲ ਜਾਂਦੇ ਨੇ ਬਸ। ਕੋਈ ਕੋਈ ਨੇ ਜਿਹੜੇ ਕਦੇ ਕਦਾਈ ਆ ਜਾਂਦੇ ਨੇ ਗੁਰੂ ਦੇ ਦਰ, ਸੰਗਰਾਂਦ ਤੇ ਆ ਗਏ, ਮੱਸਿਆ ਤੇ ਆ ਗਏ, ਕਿਸੇ ਗੁਰਪੁਰਬ ਤੇ ਆ ਗਏ, ਕੋਈ ਖਾਸ ਦਿਨ ਹੋਇਆ, ਕਿਸੇ ਦਾ ਕੋਈ ਨਿੱਜੀ ਪ੍ਰੋਗਰਾਮ ਸੀ, ਕੋਈ ਖੁਸ਼ੀ ਦਾ, ਕੋਈ ਗਮੀ ਦਾ, ਕੋਈ ਅੰਤਮ ਅਰਦਾਸ, ਕੁਛ ਫਿਰ ਆ ਗਏ, ਅਦਰਵਾਈਜ਼ ਨਹੀਂ। ਪਰ ਕੁਛ ਨੇ ਜਿਨ੍ਹਾਂ ਦੀ ਸਾਂਝ ਹੈ, ਜਿਨ੍ਹਾਂ ਦੀ ਸਾਂਝ ਗਹਿਰੇ ਹੈ, ਉਹ ਗੁਰੂ ਨਾਲ ਜੁੜੇ ਰਹਿੰਦੇ ਨੇ। ਇਸ ਲਈ ਗਹਿਰਾ ਸੰਬੰਧ ਬਣਾਉਣਾ, ਓਪਰਾ ਨਹੀਂ, ਓਪਰਲਾ ਨਹੀਂ। ਗਹਿਰੇ ਸੰਬੰਧ ਵਿੱਚ ਅਸੀਂ ਦੁੱਖ ਸੁੱਖ ਵਿੱਚ ਵੀ ਸ਼ਰੀਕ ਹੁੰਦੇ ਹਾਂ। ਜਿਹਦੇ ਨਾਲ ਸਾਡਾ ਗਹਿਰਾ ਸੰਬੰਧ ਹੈ, ਗਹਿਰੀ ਮਿੱਤਰਤਾ ਹੈ, ਰਿਸ਼ਤੇਦਾਰੀ ਹੈ, ਬਹੁਤ ਸਾਂਝ ਹੈ, ਪ੍ਰੇਮ ਹੈ, ਅਸੀਂ ਉਹਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਾਂ, ਅਸੀਂ ਸ਼ਰੀਕ ਹੁੰਦੇ ਹਾਂ ਉਹਦੇ ਨਾਲ ਹਰ ਗੱਲ ਵਿੱਚ। ਬਸ ਐਸਾ ਗਹਿਰਾ ਸੰਬੰਧ ਜਦੋਂ ਸਾਡਾ ਹੁੰਦਾ ਤਾਂ ਵਾਹਿਗੁਰੂ ਸਾਡੇ ਹਰ ਦੁੱਖ ਸੁੱਖ ਵਿੱਚ ਸਾਡਾ ਮਦਦਗਾਰ ਬਣਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਮਿਲਤ ਸੰਗ ਭਇਓ ਮਨ ਨਿਰਮਲ। ਗੁਰੂ ਦੇ ਸੰਗ ਮਿਲਦਿਆਂ ਹੀ ਮਨ ਨਿਰਮਲ ਹੋ ਗਿਆ। ਬਸ ਇਸ ਤਰ੍ਹਾਂ ਗੁਰੂ ਨਾਲ ਮਿਲਣਾ, ਓਪਰਾ ਨਹੀਂ। ਜਦੋਂ ਅਸੀਂ ਇਵੇਂ ਮਿਲੇ, ਗੁਰੂ ਨਾਲ ਗਹਿਰਾ ਸੰਬੰਧ ਪਿਆ, ਗੁਰੂ ਨਾਲ ਜੁੜ ਗਏ, ਮਨ ਸਾਰੀਆਂ ਚੀਜ਼ਾਂ ਨਾਲੋਂ ਜਦੋਂ ਟੁੱਟ ਗਿਆ, ਗੁਰੂ ਨਾਲ ਜੁੜਿਆ ਤਾਂ ਪਵਿੱਤਰ ਹੋਇਆ। ਮਿਲਤ ਸੰਗ ਭਇਓ ਮਨ ਨਿਰਮਲ, ਗੁਰ ਪੂਰੈ ਲੈ ਖਿਨ ਮੈਂ ਤਾਰੇ। ਪੂਰੇ ਗੁਰੂ ਨੇ ਖਿਨ ਵਿੱਚ, ਇੱਕ ਖਿਨ ਵਿੱਚ ਤਾਰ ਦਿੱਤਾ, ਇੱਕ ਖਿਨ ਵਿੱਚ ਗੁਰੂ ਨੇ ਪਾਰ ਲੰਘਾ ਦਿੱਤਾ। ਇੱਕ ਖਿਨ ਕਿੰਨਾ? ਇੱਕ ਖਿਨ ਜਿੰਨਾ ਸਾਨੂੰ ਅੱਖ ਝਮਕਣ ਨੂੰ ਸਮਾਂ ਲੱਗਦਾ, ਇਹਨੂੰ ਇੱਕ ਖਿਨ ਕਹਿੰਦੇ ਨੇ। ਗੁਰੂ ਨੇ ਇੱਕ ਖਿਨ ਵਿੱਚ ਪਾਰ ਲੰਘਾ ਦਿੱਤਾ। ਅਸੀਂ ਬੈਠੇ ਬੈਠੇ ਹੀ ਇੱਥੇ ਪਾਰ ਲੰਘ ਗਏ, ਵਾਸਨਾਵਾਂ ਤੋਂ, ਇਸ ਭਵ ਸਾਗਰ ਤੋਂ ਬੈਠਿਆਂ ਹੀ ਲੰਘ ਗਏ ਪਾਰ। ਕੀਤਾ ਕੀ? ਕੁਛ ਵੀ ਨਹੀਂ, ਬਸ ਆਪਣੇ ਆਪ ਨੂੰ ਉਹਦੇ ਨਾਲ ਜੋੜਿਆ, ਆਪਣੇ ਆਪ ਨੂੰ ਉਹਦੇ ਚਰਨਾਂ ਨਾਲ ਜੋੜ ਲਿਆ। ਬਸ ਇੰਨਾ ਕੁ ਕੰਮ ਕੀਤਾ, ਬਸ ਇਹੀ ਕਰਨਾ, ਹੋਰ ਕੁਝ ਕਰਨ ਦੀ ਜ਼ਰੂਰਤ ਵੀ ਨਹੀਂ ਹੈ, ਹੋਰ ਕੁਝ ਕਰਨ ਦੀ ਲੋੜ ਨਹੀਂ। ਸਤਿਗੁਰੂ ਕਹਿੰਦੇ ਗੁਰੂ ਪਾਰ ਲੰਘਾ ਦੇਗਾ, ਬਸ ਜੋੜ ਲੈ ਆਪਣੇ ਆਪ ਨੂੰ ਉਹਦੇ ਨਾਲ। ਗੁਰੂ ਦੇ ਦਰ ਮੈਂ ਸਭ ਕੁਝ ਭੇਂਟ ਕਰ ਦਿੱਤਾ, ਸਭ ਕੁਝ ਦਾਅ ਤੇ ਲਾ ਦਿੱਤਾ। ਜਿਵੇਂ ਇੱਕ ਜੁਆਰੀ ਆਦਮੀ, ਉਹ ਆਪਣਾ ਸਭ ਕੁਝ ਦਾਅ ਤੇ ਲਾ ਦਿੰਦਾ। ਸਤਿਗੁਰੂ ਕਹਿੰਦੇ ਲਾ ਦਿੱਤਾ ਮੈਂ ਸਭ ਕੁਝ ਦਾਅ ਤੇ। ਕੀ ਸੀ ਮੇਰੇ ਕੋਲ? ਜਰਾ ਵੇਖੋ ਕਿ ਸਾਡੇ ਕੋਲ ਕੀ ਹੈ, ਕੀ ਕਮਾਇਆ ਅਸੀਂ ਜੀਵਨ ਵਿੱਚ। ਦੌਲਤ, ਪੈਸਾ, ਸੁੱਖ ਸਹੂਲਤਾਂ, ਚੀਜ਼ਾਂ, ਇਹ ਨਹੀਂ। ਅੰਦਰ ਕੀ ਕਮਾਇਆ? ਬਾਹਰ ਤੇ ਦਿਖਾਈ ਦੇ ਰਿਹਾ, ਵਧੀਆ ਕੱਪੜੇ ਪਾਏ ਨੇ, ਕਮਾਈ ਕੀਤੀ ਹੈ ਤਾਂ ਹੀ ਵਧੀਆ ਕੱਪੜੇ ਪਹਿਨਦੇ ਨੇ, ਉਹ ਤਾਂ ਦਿਖ ਰਿਹਾ। ਵਧੀਆ ਕਾਰ ਖਰੀਦ ਲਈ ਹੈ, ਵਧੀਆ ਘਰ ਬਣਾ ਲਿਆ, ਬੱਚਿਆਂ ਨੂੰ ਸੈੱਟ ਕਰ ਲਿਆ, ਉਹ ਤੇ ਦਿਸ ਰਿਹਾ ਬਾਹਰ, ਉਹ ਨਹੀਂ। ਇਹ ਤੇ ਮਾਮੂਲੀ ਚੀਜ਼ਾਂ ਨੇ। ਅੰਦਰ ਕੀ ਕਮਾਇਆ ਅਸੀਂ? ਦਾਅ ਤੇ ਉਹ ਲੱਗਣਾ ਹੈ। ਕੀ ਖੱਟਿਆ? ਸਤਿਗੁਰੂ ਕਹਿੰਦੇ ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਆਹ ਚੀਜ਼ਾਂ ਬੰਦੇ ਨੇ ਜੀਵਨ ਦੇ ਵਿੱਚ ਕਾਮ ਤੇ ਕ੍ਰੋਧ ਖੱਟਿਆ। ਵਾਸਨਾ ਹੀ ਖੱਟੀ ਐ ਅਸੀਂ, ਕਾਮਨਾ।
नहीं पूरी हुई तो क्रोध, कुछ चाहत, वो चाहत पूरी नहीं हुई तो क्रोध। काम क्रोध माया मद मत्सर, माया, माया दा मद, माया दा हंकार, मत्सर ईर्षा, ईर्षा। बंदा सिर्फ पैसा ही नहीं कमाਉਂਦਾ, सिर्फ घर बार चीज़ां इकट्ठियां नहीं करता, वो अपने जीवन में बहुत सारा क्रोध भी कमाਉਂਦਾ है, वो बहुत सारी ईर्षा भी खटदा है, वो बहुत सारा हंकार भी खटदा है, बहुत कुछ असी खटदे हैं अपने अंदर। तृष्णा, लोभ, मोह, काम, क्रोध, बड़ा कुछ खट्टिया असी, बड़ा कुछ इकट्ठा किया है। यही असल विच साडी पूंजी है जिहड़ी साडे नाल निभदी है। बाकी आ पैसा, घर बार, ये तां साडे मरण दे नाल ही इत्थे रह जाना। ये संसार विच असीं हासिल करदे हां ते संसार विच ही असीं छड्ड जांदे हां ये सब कुछ। ते जो असीं अंदर हासिल कीता, वासनावां कमाईआं, लोभ मोह कमाए, किसे नाल ईर्षा कमाई, किसे नाल वैर विरोध कमाया, सतगुरु कहंदे ये जदों गुरु दे दर आ गए तां गुरु दे दर ते इस नूं दा ते ला। जो कुछ कमाया, जिवें कसीनो दे विच, जूआ घर दे विच बंदा कमाई अपनी जो ने कमाई कीती है पैसा लैके जांदा है तां उत्थे जाके दा ते लाउंदा है। सतगुरु कहंदे गुरु दे दर आ गए, आ जो काम क्रोध कमाए ने, जो लोभ मोह कमाया, इस नूं इत्थे दा ते ला दे। काम क्रोध माया मद मत्सर ये खेलत सब जूए हारे। सतगुरु कहंदे इन्हां नूं हार दे जूए विच। गुरु दे दर इत्थे असीं जूआ खेड रहे हां वाहिगुरू दे नाम दा, ते दा ते ये सब चीज़ां लाउणियां पैणगीआं। हारांगे जां जित्तांगे वो गल वखरी है, पर ये दा ते लाउणा है। माया थोड़ी, पैसा थोड़ी। असी समझते हैं कि शायद गुरु दे दर ते माया भेंट करांगे तो गुरु खुश होएगा। नहीं, गुरु दे दर ते अपनियां वासनावां, अपना लोभ, अपना मोह, अपना क्रोध, ये गुरु दे दर ते भेंट कर दो। तुसी बहुत दफा गुरबाणी विच पढ़िया होवेगा, एक शब्द तुसी आम ही पढ़ते हो कि संतन सिओ मेरी लेवा देवी। हुण उन्हां दे कोलों जो असी लैंदे हां वो तो समझ आउंदा है, असी चीज़ां मंगदे हां, सुख सहूलतां मंगदे हां, पर उन्हां नूं देने की आ? देण दी साडी की हैसियत? कुछ भी नहीं, कुछ भी तो नहीं है। उत्थे देण तो मतलब है कि जो साडे औगण ने असी उन्हां दे अगे रख दिंदे हां, जो साडे पाप ने उन्हां दे अगे रख दिंदे हां। गुरु दे अगे अपने आप नूं खोल के, अपना हिरदा जिहड़ा असीं कदे किसे दे सामने नहीं खोलदे। बंदा अपने अंदर दे पाप नूं, अपने अंदर दे औगणां नूं वो किसे दे सामने कदे नहीं खोलदा, कदे भी नहीं। कोई ऐसा जिगरी दोस्त हुंदा है, मित्र हुंदा है, जिहदे नाल वो सांझ पाउंदा है कि मैं आ काम कीता है। सब दे नाल नहीं। गुरु दे अगे तुसीं अपने हिरदे नूं पूरी तरह खोल सकदे हो। कई बारी बंदा अपने मित्र अगे भी डरदा है कि मित्र अगे मैं ये खोल नहीं सकदा अपना भेद, क्योंकि हो सकता है कि ये मित्र कल नूं दुश्मन बन जाए। तो अक्सर देखा गया कि मित्र ही दुश्मन बनते हैं। ये तो है नहीं कि दुश्मन दुश्मन पहला ही बनया हुंदा है, साडे दोस्त ही दुश्मन हुंदे ने। इसलिए गुरु एक ऐसा मित्र है जिहड़ा साडे औगण नूं दूसरियां दे सामने नहीं फरोलदा। इसलिए अपने औगणां नूं गुरु दे सामने बिल्कुल नशर कर देना, बिल्कुल पूरी तरह।
ਜਦੋਂ ਅਸੀਂ ਪੂਰੀ ਤਰ੍ਹਾਂ ਨਸ਼ਰ ਕਰ ਦਿੰਦੇ ਹਾਂ, ਪੂਰੀ ਤਰ੍ਹਾਂ ਖੋਲ ਦਿੰਦੇ ਹਾਂ ਆਪਣੇ ਔਗਣਾਂ ਨੂੰ ਗੁਰੂ ਦੇ ਸਾਹਮਣੇ, ਤਦੋਂ ਫਿਰ ਗੱਲ ਬਣਦੀ। ਸਤਿਗੁਰੂ ਕਹਿੰਦੇ ਇਹ ਮੈਂ ਸਾਰੇ ਦਾਅ ਤੇ ਲਾ ਦਿੱਤੇ, ਜੂਏ ਵਿੱਚ ਮੈਂ ਹਾਰ ਗਿਆ। ਮੈਂ ਆਪਣਾ ਕਾਮ ਵੀ ਹਾਰ ਦਿੱਤਾ, ਕ੍ਰੋਧ ਵੀ ਹਾਰ ਦਿੱਤਾ, ਲੋਭ ਵੀ ਹਾਰ ਦਿੱਤਾ, ਮੋਹ, ਅੰਦਰ ਦੀ ਈਰਸ਼ਾ, ਅੰਦਰ ਦਾ ਹੰਕਾਰ, ਮੈਂ ਸਭ ਕੁਝ ਹਾਰ ਗਿਆ। ਇੱਥੇ ਹਾਰਨਾ ਹੀ ਚੰਗਾ ਹੈ, ਹਾਰਨਾ ਹੀ ਚੰਗਾ ਹੈ। ਫਿਰ ਜਦੋਂ ਹਾਰਿਆ ਤਾਂ ਸਤਿਗੁਰੂ ਕਹਿੰਦੇ ਫਿਰ ਕੀ ਹੋਇਆ? ਸਤ, ਸੰਤੋਖ, ਦਇਆ, ਧਰਮ, ਸੱਚ। ਜਦੋਂ ਇਹਨਾਂ ਨੂੰ ਮੈਂ ਹਾਰ ਗਿਆ, ਕਾਮ ਕ੍ਰੋਧ ਨੂੰ, ਉਹਨਾਂ ਨੂੰ ਹਾਰਨ ਤੋਂ ਬਾਅਦ ਆ ਮੈਨੂੰ ਹਾਸਲ ਹੋਇਆ ਸਤ, ਸੰਤੋਖ, ਦਇਆ, ਧਰਮ। ਇਹ ਆਪਣੇ ਗ੍ਰਹਿ ਭੀਤਰ ਵਾਰੇ, ਇਹਨਾਂ ਨੂੰ ਮੈਂ ਆਪਣੇ ਘਰ ਵਾੜ ਲਿਆ। ਇਹ ਸਤ, ਸੰਤੋਖ, ਦਇਆ, ਧਰਮ ਇਹ ਮੇਰੇ ਘਰ ਵਿੱਚ ਆ ਗਏ, ਤੇ ਕਾਮ ਕ੍ਰੋਧ ਇਹ ਮੇਰੇ ਘਰ ਚੋਂ ਨਿਕਲ ਗਏ, ਕਿਉਂਕਿ ਹਾਰ ਗਿਆ ਮੈਂ ਹਾਰ ਗਿਆ, ਤਾਂ ਮੈਨੂੰ ਆ ਸੁੱਖ ਹਾਸਲ ਹੋਇਆ। ਸਾਡਾ ਹੰਕਾਰ ਉਹ ਹਾਰ ਜਾਵੇ ਤਾਂ ਚੰਗਾ ਹੈ, ਉਹਦਾ ਹਾਰਨਾ ਹੀ ਜ਼ਰੂਰੀ ਹੈ। ਸਾਡੇ ਅੰਦਰ ਦਾ ਕ੍ਰੋਧ, ਉਹਦਾ ਹਾਰਨਾ ਹੀ ਜ਼ਰੂਰੀ, ਉਹ ਹਾਰੇਗਾ ਹੀ, ਕਿਉਂਕਿ ਉਹਦੇ ਨਾਲ ਕੁਝ ਹਾਸਲ ਹੋਣਾ ਹੀ ਨਹੀਂ। ਸਾਡੇ ਅੰਦਰ ਦਾ ਲੋਭ, ਉਹਨੂੰ ਹਾਰਨਾ ਹੀ ਪੈਣਾ, ਕਿਉਂਕਿ ਲੋਭ ਨਾਲ ਵੀ ਕਦੇ ਕੋਈ ਜਿੱਤਿਆ, ਕਦੇ ਕੋਈ ਹੰਕਾਰ ਨਾਲ ਵੀ ਜਿੱਤਿਆ, ਕਦੇ ਨਹੀਂ। ਭਗਤ ਦੇ ਕੋਲ ਕੁਝ ਵੀ ਨਹੀਂ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ, ਪਰ ਉਹ ਫਿਰ ਵੀ ਜਿੱਤਿਆ ਹੋਇਆ ਹੈ, ਕਿਉਂਕਿ ਉਹਨੇ ਇਹਨਾਂ ਨੂੰ ਜਿੱਤ ਲਿਆ, ਵਾਸਨਾਵਾਂ ਨੂੰ, ਇਸ ਕਰਕੇ ਉਹ ਜਿੱਤ ਗਿਆ। ਅਸੀਂ ਇਹਨਾਂ ਵਾਸਨਾਵਾਂ ਦੇ ਅਧੀਨ ਰਹਿੰਦੇ ਹਾਂ, ਇਸ ਕਰਕੇ ਸਭ ਕੁਝ ਜਿੱਤ ਕੇ ਵੀ ਅਸੀਂ ਹਾਰ ਜਾਂਦੇ ਹਾਂ, ਸਭ ਕੁਝ ਜਿੱਤ ਕੇ ਵੀ ਹਾਰ ਜਾਂਦੇ। ਕਾਮ ਕ੍ਰੋਧ ਨੂੰ ਗੁਰੂ ਦੇ ਦਰ ਤੇ ਭੇਂਟ ਕਰ ਦਿਓ, ਤੇ ਉਹਦੇ ਬਦਲੇ ਵਿੱਚ ਗੁਰੂ ਸਤ, ਸੰਤੋਖ, ਦਇਆ, ਧਰਮ ਦੇ ਦੇਗਾ, ਇਹ ਗੁਣ ਬਖਸ਼ ਦੇਗਾ। ਜਨਮ ਮਰਨ ਚੁੱਕੇ ਸਭ ਭਾਰੇ, ਤੇ ਹੁਣ ਜਨਮ ਮਰਨ ਦੇ ਸਾਰੇ ਭਾਰ ਮਿਟ ਗਏ, ਖਤਮ ਹੋ ਗਏ। ਮਿਲਤ ਸੰਗ ਭਇਓ ਮਨ ਨਿਰਮਲ, ਗੁਰੂ ਦੇ ਸੰਗ ਮਿਲਦਿਆਂ ਹੀ ਮਨ ਨਿਰਮਲ ਹੋ ਗਿਆ। ਗੁਰਪੂਰੈ ਲੈ ਖਿੰਨ ਮੈਂ ਤਾਰੇ, ਪੂਰੇ ਗੁਰੂ ਨੇ ਇੱਕ ਖਿੰਨ ਦੇ ਵਿੱਚ ਤਾਰ ਦਿੱਤਾ। ਰਹਾ ਸਭ ਕੀ ਰੇਨ ਹੋਏ ਰਹਿ ਮਨੁਆ, ਜਦੋਂ ਇਹ ਮਨ ਸਾਰਿਆਂ ਦੇ ਚਰਨਾਂ ਦੀ ਰੇਣ ਹੋ ਜਾਂਦਾ, ਜਦੋਂ ਅਸੀਂ ਆਪਣੇ ਆਪ ਨੂੰ ਸਭ ਦੇ ਚਰਨਾਂ ਦੀ ਰੇਣ ਸਮਝ ਲੈਂਦੇ ਹਾਂ, ਬਸ ਇਹੀ ਜਾਣਨਾ ਕਿ ਮੈਂ ਤੇ ਸਭ ਦੇ ਚਰਨਾਂ ਦੀ ਰੇਣ, ਨਿਮਰਤਾ ਨਾਲ। ਇਹਦਾ ਭਾਵ ਹੀ ਇਹ ਹੈ ਕਿ ਮੇਰੇ ਅੰਦਰ ਹੁਣ ਮੈਂ ਨਹੀਂ ਹੈ, ਮੈਂ ਕੁਝ ਵੀ ਨਹੀਂ, ਚਾਹੇ ਕੁਝ ਵੀ ਹਾਸਲ ਹੋ ਜਾਵੇ। ਤੁਸੀਂ ਜਿਸ ਵੀ ਮਰਜ਼ੀ ਰੁਤਬੇ ਤੇ ਬੈਠੇ ਹੋਵੇ, ਜੋ ਮਰਜ਼ੀ ਅਹੁਦਾ ਮਿਲਿਆ ਹੋਵੇ, ਉਸ ਅਹੁਦੇ ਤੇ ਬੈਠ ਕੇ ਵੀ ਡਾਊਨ ਟੂ ਅਰਥ ਰਹਿਣਾ, ਆਪਣੇ ਆਪ ਨੂੰ ਨੀਵਾਂ ਜਾਣਨਾ ਕਿ ਮੈਂ ਕੁਝ ਵੀ ਨਹੀਂ, ਉਸ ਅਹੁਦੇ ਦਾ ਹੰਕਾਰ ਨਹੀਂ ਹੈ, ਉਸ ਰੁਤਬੇ ਦੀ ਕੋਈ ਹਉਮੈ ਨਹੀਂ ਹੈ। ਜਦੋਂ ਇਸ ਢੰਗ ਨਾਲ ਅਸੀਂ ਆਪਣੇ ਆਪ ਨੂੰ ਸਭ ਦੇ ਚਰਨਾਂ ਦੀ ਰੇਣ ਜਾਣ ਲੈਂਦੇ ਹਾਂ, ਤਦੋਂ ਸਤਿਗੁਰੂ ਕਹਿੰਦੇ ਸਗਲੇ ਦੀਸੈ ਮੀਤ ਪਿਆਰੇ, ਤਾਂ ਸਾਰੇ ਆਪਣੇ ਮਿੱਤਰ ਦਿਸਣ ਲੱਗ ਪੈਂਦੇ ਨੇ, ਸਭ ਪਿਆਰੇ ਦਿਸਣ ਲੱਗ ਜਾਂਦੇ ਨੇ। ਜਦੋਂ ਸਾਡੇ ਅੰਦਰ ਹੰਕਾਰ ਹੁੰਦਾ, ਉਦੋਂ ਸਾਨੂੰ ਸਾਰੇ ਆਪਣੇ ਮਿੱਤਰ ਨਹੀਂ ਨਜ਼ਰ ਆਉਂਦੇ, ਕੰਪੀਟੀਟਰ ਨਜ਼ਰ ਆਉਂਦੇ ਨੇ, ਕਿ ਇਹ ਸਾਰੇ ਮੈਨੂੰ ਕੰਪੀਟੀਸ਼ਨ ਦੇਣ ਵਾਲੇ ਨੇ। ਜਦੋਂ ਨਿਮਰਤਾ ਵਿੱਚ ਆ ਤਾਂ ਉਦੋਂ ਕਾਹਦਾ ਕੰਪੀਟੀਸ਼ਨ, ਕੋਈ ਨਹੀਂ। ਫਿਰ ਸਭ ਪ੍ਰੇਮ ਪਿਆਰੇ ਲੱਗਦੇ ਨੇ ਕਿ ਮੇਰੇ ਆਪਣੇ ਨੇ, ਮੇਰੇ ਪਿਆਰੇ ਨੇ, ਮੇਰੇ ਮਿੱਤਰ ਨੇ, ਚਾਹੇ ਉਹਨਾਂ ਨਾਲ ਤੁਹਾਡੀ ਕੋਈ ਸਾਂਝ ਨਾ ਵੀ ਹੋਵੇ, ਪਰ ਸਭ ਆਪਣੇ ਜੈਸੇ ਲੱਗਦੇ ਨੇ, ਪ੍ਰਤੀਤ ਹੁੰਦੇ ਨੇ। ਜਦੋਂ ਸਾਡੇ ਅੰਦਰ ਦਾ ਹੰਕਾਰ ਮਿਟਦਾ ਤਾਂ ਸਭ ਆਪਣੇ ਨਜ਼ਰ ਆਉਂਦੇ ਨੇ, ਜਦੋਂ ਹੰਕਾਰ ਹੁੰਦਾ ਤਾਂ ਆਪਣੇ ਵੀ ਬੇਗਾਨੇ ਲੱਗਦੇ ਨੇ। ਹੰਕਾਰੀ ਬੰਦਾ ਉਹ ਆਪਣਿਆਂ ਤੋਂ ਵੀ ਦੂਰ ਚਲਿਆ ਜਾਂਦਾ,
क्योंकि अहंकार ही साडे रिश्तियां नूं तोड़दा है। साडे रिश्तियां दे टुੱਟਣ ਦਾ संबंध, साडे भैणां भाइयां नाल बिगड़न ਦਾ संबंध सिर्फ अहंकार है, होर कख भी नहीं है, होर कख भी नहीं। जिन्हां अंदर निमरता है वो रिश्तियां नूं किवें जोड़दे ने, उहदी एक उदाहरण छोटी जी। गुरु अर्जुन देव महाराज दे घर सपुत्र का जन्म होया, हरगोबिंद साहब का बडाली विच जन्म होया सी। तां प्रिथिया अपने भतीजे नूं देखण नहीं गया, ताया लगदा सी, देखण नहीं गए, बधाई देण भी नहीं गए, किसी राही सुनेहा भी नहीं भेजा। हाँ, मारन की जरूर कोशिश की कि हरगोबिंद नूं मार दईए, कतल कर दईए। दाई नूं भेजिया, सपेरे नूं भेजिया, एक खिडावे नूं भेजिया मारन वास्ते। जदों 2.5-3 साल दे गुरु हरगोबिंद साहब होए तां गुरु अर्जन देव महाराज बडाली तो अमृतसर साहब आ गए। जदों अमृतसर साहब आए तो उन्होंने सोचा कि शायद बड़ा भाई इत्थे आ जाएगा बधाई देण, पर वो उत्थे भी नहीं आए। जदों नहीं आए तो गुरु साहब ने माता गंगा जी नूं नाल लिया, अपने पुत्र नूं नाल लिया, तो उन्होंने घर आप चले गए कि वो नहीं आए, चलो असी चले चलते हैं। जिन्हां ने रिश्तियां नूं बचाउणा है उन्होंने पता है कि यह बंदा ठीक नहीं, ये बंदा वैर नाल, विरोध नाल भरिया, नफरत नाल भरिया, पर फिर भी सब कुछ जानने के बावजूद कि इन्होंने मेरे पुत्र नूं मारन की कोशिश की, पता होने के बावजूद भी अपने पुत नूं लैके चले गए। तो जाके पृथ्वी के घर जदों पृथ्वी दे गए तो पृथ्वी हैरान रह गया, क्योंकि उसने सोचा नहीं सी कि मेरे घर अर्जुन अपने पुत नूं लैके आएगा। जदों पृथ्वी ते कर्मों दोनों हैरान रह गए तो गुरु अर्जुन देव महाराज ने पृथ्वी नूं कहा कि यह तुहाडा पुत्र, इनू असीस दिओ। हुण ओह ते चों मरण दीआं दुआवां करदा कि उन्हां दा पुत्र मर जाए, पर गुरु साहब ने उहदे मूंहों ही असीस दवाई, उन्हें कहा लंबी उम्र होवे। जदों साडे अंदर निमरता हुंदी है तां जिहड़ा सानू दुश्मन समझदा है ਉਹਦੇ मुख दे विचों भी असीस निकल आउंदी, भावें झूठी होई होवे, भावें उन्हें झूठा मूठा ही कहा कि सुखी रहो, जींदे रहो, तंदुरुस्ती होवे, भावें झूठा मूठा ही कहा, पर कहना पै गया। क्योंकि निमरता वड्डियां वड्डियां नूं झुका दिंदी है। गुरु आप चल के पहुंच गए। इसलिए जदों साडे अंदर निमरता है, असीं अपने आप नूं दूसरियां दे चरनां दी रेण समझ लैंदे आ, तां सारे मित्र दिसदे ने। गुरु साहब नूं नहीं दसिया कि इहदे अंदर ईर्षा है, गुरु साहब नूं नहीं दसिया कि इहदे अंदर नफरत भरी पई है। इसलिए सारे अपने दिसदे ने, फिर नफरत नहीं दिसदी। सब मध्य रविया मेरा ठाकुर, सारियां दे विच मेरा ओ वाहिगुरू वसिया। बस उस नूं वेखो तुसीं, तुहाडे नाल किसे तुहाडे भैण भाई ने कोई वैर कमाया होएगा, कोई गल नहीं, कमा लिया, ठीक है, वो जो कर सकदा सी उहने कीता, तुसीं की कर सकदे आ। गल यह है कि असीं की करांगे, उहने वैर कीता, कर लिया, असीं की करांगे। असीं गुरु अर्जन देव महाराज ने जो कीता असीं वो करांगे, क्योंकि साडे गुरु ने तो सानू यही सिखाया कि जिहड़ा नफरत करे उहनूं भी प्यार करो, जिहड़ा वैर करे उहदे नाल भी प्रेम करो। अज नहीं कल नूं किते तां उहनूं समझ आएगी, किते तां ठोकर वजेगी। इस ढंग नाल, क्योंकि वो बंदा माड़ा नहीं है, उहदे अंदर एक औगण है। बस पृथ्वी अंदर लोभ है, होर की है, कुछ भी नहीं, बस वो चाहता है कि सारा कुछ मैनू मिल जाए। लोभ है, लोभ करके पाप कर रहा है।
है ਤਾਂ ਇੱਕੋ ਹੀ ਪਿਓ ਦੇ ਪੁੱਤ ਆ, ਇਸ ਲਈ ਝਗੜਾ ਕਾਹਦਾ? ਕੋਈ ਗੱਲ ਨਹੀਂ, ਉਹ ਜੋ ਵੈਰ ਕਰਦਾ ਕਰੀ ਜਾਣ ਦੋ। ਪ੍ਰਿਥੀ ਨੇ ਆਪਣਾ ਵੈਰ ਕਰਨਾ ਨਹੀਂ ਛੱਡਿਆ ਤੇ ਗੁਰੂ ਅਰਜੁਨ ਦੇਵ ਮਹਾਰਾਜ ਨੇ ਪ੍ਰੇਮ ਕਰਨਾ ਨਹੀਂ ਛੱਡਿਆ। ਦੋਨਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ। ਇਸ ਲਈ ਕੋਈ ਤੁਹਾਡਾ ਆਪਣਾ, ਕੋਈ ਭੈਣ ਭਾਈ, ਕੋਈ ਕੁਛ ਵੀ, ਉਹ ਜੈਸਾ ਵੀ ਕਰਦਾ ਉਹਨੂੰ ਕਰਨ ਦਿਓ। ਤੁਹਾਡਾ ਸੁਭਾਅ ਕੀ ਹੈ ਇਹ ਦੇਖੋ। ਦੂਸਰਾ ਕੀ ਕਰ ਰਿਹਾ ਇਹ ਦੇਖਣ ਦੀ ਲੋੜ ਨਹੀਂ। ਅਸੀਂ ਕੀ ਕਰ ਰਹੇ ਹਾਂ? ਉਹ ਪੱਥਰ ਚੁੱਕ ਰਿਹਾ ਕਿ ਅਸੀਂ ਵੀ ਪੱਥਰ ਚੁੱਕ ਰਹੇ ਹਾਂ, ਤਲਵਾਰ ਚੁੱਕ ਰਹੇ ਹਾਂ ਉਹਦੇ ਸਾਹਮਣੇ। ਅਸੀਂ ਕੀ ਕਰ ਰਹੇ ਹਾਂ? ਸਾਡਾ ਕਰਮ ਉਹ ਦਰਸਾਏਗਾ ਕਿ ਸਾਡੇ ਅੰਦਰ ਭਾਵ ਕੀ ਹੈ, ਕਿ ਸਾਡੇ ਅੰਦਰ ਵੀ ਈਰਸ਼ਾ ਹੈ, ਸਾਡੇ ਅੰਦਰ ਵੀ ਨਫ਼ਰਤ ਭਰੀ ਪਈ ਹੈ, ਸਾਡੇ ਅੰਦਰ ਵੀ ਲੋਭ ਮੋਹ ਭਰਿਆ ਪਿਆ, ਕ੍ਰੋਧ ਭਰਿਆ। ਇਸ ਲਈ ਆਪਣੇ ਆਪ ਨੂੰ ਵੇਖੋ, ਦੂਸਰੇ ਨੂੰ ਛੱਡੋ। ਸਤਿਗੁਰੂ ਕਹਿੰਦੇ ਸਭ ਮੱਧੇ ਰਵਿਆ ਮੇਰਾ ਠਾਕੁਰ, ਸਭ ਦੇ ਵਿੱਚ ਉਹ ਵਾਹਿਗੁਰੂ ਵਸਿਆ ਹੈ। ਦਾਨ ਦੇਤ ਸਭ ਜੀ ਸਮਾਰੇ, ਉਹ ਸਾਨੂੰ ਸਾਰਿਆਂ ਨੂੰ ਦਾਨ ਦੇ ਰਿਹਾ, ਅਸੀਂ ਉਹਦਾ ਤਾਂ ਦਿੱਤਾ ਹੋਇਆ ਲੈ ਰਹੇ ਹਾਂ। ਮੰਗਤੇ ਹਾਂ ਅਸੀਂ ਸਭ। ਉਹ ਗੱਲ ਵੱਖਰੀ ਕਿ ਹੰਕਾਰ ਕਰਕੇ ਦਾਤੇ ਸਮਝ ਬੈਠੇ ਹਾਂ। ਮੰਗਤੇ ਹੀ ਹਾਂ, ਦਾਤਾ ਤਾਂ ਉਹੀ ਹੈ। ਇੱਕੋ ਏਕ, ਏਕ ਇੱਕ ਆਪ ਇੱਕ ਇੱਕ ਹੈ। ਉਹ ਵਾਹਿਗੁਰੂ ਹੀ ਇੱਕੋ ਇੱਕ ਹੈ। ਇੱਕ ਹੈ ਸਗਲਾ ਪਸਾਰੇ, ਇਹ ਸਾਰਾ ਪਸਾਰਾ ਉਸ ਵਾਹਿਗੁਰੂ ਦਾ ਹੈ, ਉਸ ਪਰਮੇਸ਼ਰ ਦਾ। ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਧਿਆਏ ਬਹੁਤ ਉਦਾਰੇ। ਉਸ ਵਾਹਿਗੁਰੂ ਦੇ ਇੱਕ ਨਾਮ ਨੂੰ ਧਿਆ ਕੇ ਬਹੁਤਿਆਂ ਦਾ ਉਧਾਰ ਹੋਇਆ। ਬੇਅੰਤ ਲੋਕ ਤਰ ਗਏ ਉਸ ਵਾਹਿਗੁਰੂ ਨੂੰ ਸਿਮਰ ਕੇ। ਗਹਿਰ ਗੰਭੀਰ ਬੇਅੰਤ ਗੁਸਾਈ, ਉਹ ਵਾਹਿਗੁਰੂ ਬੜਾ ਗਹਿਰ ਗੰਭੀਰ ਹੈ। ਉਹਦੇ ਵਰਗਾ ਗਹਿਰਾ, ਉਹਦੇ ਵਰਗਾ ਗੰਭੀਰ ਕੋਈ ਹੋਰ ਨਹੀਂ। ਅੰਤ ਨਹੀਂ ਕਿਛ ਪਾਰਾਵਾਰੇ, ਉਹਦਾ ਕੋਈ ਅੰਤ ਨਹੀਂ, ਉਹਦਾ ਕੋਈ ਉਰਲਾ ਪਰਲਾ ਬੰਨਾ ਕੋਈ ਨਹੀਂ ਲੱਭ ਸਕਦਾ। ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ, ਹੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਨਾਨਕ ਤੇਰੇ ਗੁਣ ਗਾਉਂਦਾ ਹੈ। ਤੇਰੀ ਕਿਰਪਾ ਨਾਲ ਅਸੀਂ ਤੇਰੇ ਗੁਣ ਗਾ ਰਹੇ ਹਾਂ। ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ, ਧਿਆਏ ਧਿਆਏ ਪ੍ਰਭ ਕੋ ਨਮਸਕਾਰੇ। ਹੇ ਵਾਹਿਗੁਰੂ ਤੈਨੂੰ ਧਿਆ ਕੇ ਤੈਨੂੰ ਹੀ ਨਮਸਕਾਰਾਂ ਕਰਦੇ ਹਾਂ। ਸਾਡਾ ਸਿਮਰਨਾ, ਸਾਡਾ ਤੈਨੂੰ ਧਿਆਉਣਾ, ਇਹੀ ਸਾਡੀ ਨਮਸਕਾਰ ਹੈ ਤੇਰੇ ਚਰਨਾਂ ਵਿੱਚ। ਇਸ ਲਈ ਬਾਰ-ਬਾਰ ਤੈਨੂੰ ਨਮਸਕਾਰ ਹੈ, ਕਿਉਂਕਿ ਤੂੰ ਹੀ ਹੈ ਸਭ, ਤੇਰੇ ਤੋਂ ਬਿਨਾਂ ਹੋਰ ਕੁਛ ਨਹੀਂ। ਤੇਰੇ ਨਾਮ ਨਾਲ ਹੀ ਮੇਰੇ ਦੁੱਖਾਂ ਦੇ ਭਾਰ ਲੱਥ ਗਏ, ਤੇਰੇ ਨਾਮ ਨਾਲ ਹੀ ਮੈਨੂੰ ਸੁੱਖ ਮਿਲਿਆ, ਟਿਕਾ ਮਿਲਿਆ, ਮਨ ਨੂੰ ਸਹਿਜ ਮਿਲਿਆ। ਸਤਿਗੁਰੂ ਰਹਿਮਤ ਕਰੇ, ਇਹ ਰੱਬੀ ਰਹਿਮਤ ਹੈ। ਗੁਰੂ ਕਿਰਪਾ ਕਰਕੇ ਸਭ ਨੂੰ ਬਖਸ਼ੇ, ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।